11ਵਾਂ ਕਾਂਡ। ਇੱਕ ਬੌਰੀਆਂ ਵਾਲਾ ਫਕੀਰ ਤੁਰਿਆ ਆਉਂਦਾ ਹੈ। ਲੰਮਾ ਚੋਗਾ ਹੈ, ਪਰ ਲੀਰਾਂ ਵੀ ਲਟਕਦੀਆਂ ਹਨ। ਠੂਠਾ ਹੱਥ ਤੇ ਖੁੱਲ੍ਹਾ ਤੰਬਾ ਤੇੜ ਹੈ। ਇੱਕ ਟੱਟੂ ਨਾਲ ਹੈ, ਜਿਸ ਪੁਰ ਕਦੀ ਚੜ੍ਹ ਬੈਠਦਾ ਹੈ, ਕਦੀ ਤੁਰ ਪੈਂਦਾ ਹੈ। ਕਦੀ ਅਰਬੀ ਵਿੱਚ ਕੁਝ ਗਾਉਂਦਾ ਹੈ, ਕਦੀ ਫਾਰਸੀ ਵਿੱਚ, ਕਦੀ ਹੀਰ ਰਾਂਝੇ ਦੇ ਟੱਪੇ, ਕਦੇ ਬਾਬੇ ਨਾਨਕ ਜੀ ਦੇ ਸਲੋਕ, ਪਰ ਇੱਕ ਤੁਕ ਵੱਡੇ ਪ੍ਰੇਮ ਨਾਲ ਗਾਉਂਦਾ ਹੈ। ਮੇਰੋ ਸੁੰਦਰੂ ਕਹੋ ਮਿਲੇ ਕਿਤ ਗਲੀ, ਮੇਰੋ ਸੁੰਦਰੂ ਕਹੋ ਮਿਲੇ ਕਿਤ ਗਲੀ। ਇਹ ਨਦੀ ਦੇ ਰੁੱਖ ਨੂੰ ਜਾ ਰਿਹਾ ਸੀ ਕਿ ਇੱਕ ਮੁਸਲਮਾਨ ਨੇ ਕਿਹਾ, ਸਾਈਂ ਇੱਧਰ ਨਾ ਜਾਈਂ, ਪੱਤਣ ਦੇ ਦੋਵੇਂ ਨਾਕੇ ਸਿੱਖਾਂ ਮੱਲੇ ਹੋਏ ਹਨ ਔਰ ਉਹਨਾਂ ਦੀ ਫੌਜ ਲੰਘ ਰਹੀ ਹੈ। ਤੁਸੀਂ ਉੱਧਰ ਨਾ ਜਾਣਾ, ਮਤਾਂ ਛੋਲਿਆਂ ਦੇ ਨਾਲ ਘੁਣ ਵਾਂਗੂ ਪਿਸ ਜਾਓ। ਸਾਈਂ, ਮਰਦੂਦ ਸਿੱਖ ਬੰਦੇ ਸਾਈਂ ਦੇ, ਕਿੱਧਰ ਜਾਵੇਂ ਫੇਰ। ਮਨੁੱਖ, ਸਾਈਂ ਜੀ ਆਓ ਹੇਠਲੀ ਪਗਡੰਡੀ ਪੈ ਜਾਓ, ਤਦ ਤੁਸੀਂ ਇੱਕ ਟਿਕਾਣੇ ਪਹੁੰਚੋਗੇ ਜਿੱਥੇ 2-4 ਬੇੜੀਆਂ ਵਾਲੇ ਮਲਾਹ ਲੁੱਕ ਕੇ ਜਾ ਬੈਠੇ ਹਨ। ਉੱਥੋਂ ਕਿਸੇ ਬੇੜੀ ਵਿੱਚ ਬੈਠ ਕੇ ਪਾਰ ਹੋ ਜਾਣਾ। ਸਾਈਂ, ਕੋਈ ਹੋਰ ਵੀ ਇਸ ਰਸਤੇ ਗਿਆ ਹੈ। ਮਨੁੱਖ, ਜੀ ਅੱਲਾ ਵਾਲੇ, ਤੁਹਾਥੋਂ ਅੱਗੇ ਹੀ ਅੱਗੇ ਇੱਕ ਮੁਗਲ ਕਬੀਲੇ ਸਮੇਤ ਲੰਘਿਆ ਹੈ। ਮੈਂ ਇੱਥੇ ਇਸ ਕਰਕੇ ਖਲੋਤਾ ਹਾਂ, ਜੇ ਕੋਈ ਬੰਦਾ ਰੱਬ ਦਾ ਪਾਰ ਹੋਣਾ ਚਾਹੇ ਤਾਂ ਉਸ ਨੂੰ ਇੱਧਰ ਘੱਲਾਂ ਤੇ ਸਿੱਖਾਂ ਤੋਂ ਬਚਾ ਦਿਆਂ। ਸਾਈਂ, ਪੱਤਣ ਉੱਤੇ ਸਿਪਾਹੀ ਹੁੰਦੇ ਹਨ। ਮਨੁੱਖ, ਉਹ ਸਿੱਖਾਂ ਨੇ ਆਉਂਦੇ ਸਾਰ ਅੰਦਰ ਡੱਕ ਦਿੱਤੇ ਸਨ। ਫਕੀਰ ਹੋਰੀਂ ਸਿੱਖਾਂ ਦੇ ਨਾਮ ਤੋਂ ਅਜਿਹੇ ਡਰੇ ਜੋ ਟੱਟੂ ਤੇ ਪਲਾਕੀ ਮਾਰ ਉਸ ਨੂੰ ਪੋਈਏ ਪਾ ਦਿੱਤਾ ਔਰ ਝਟਪਟ ਪੱਤਣ ਉੱਤੇ ਪਹੁੰਚ ਗਏ। ਅੱਗੋਂ ਕੀ ਦੇਖਦੇ ਹਨ ਜੋ ਇੱਕ ਬੇੜੀ ਹੈ ਔਰ ਉਸ ਦਾ ਪੂਰ ਪੂਰਾ ਹੋ ਗਿਆ ਹੈ। ਲੱਗੇ ਮਿੰਨਤਾਂ ਕਰਨ, ਵਾਸਤੇ ਅੱਲਾ ਪਾਕ ਦੇ ਮੈਨੂੰ ਵੀ ਬਿਠਾ ਲਓ। ਉਸ ਬੇੜੀ ਵਿੱਚ ਇੱਕ ਸਰਦਾਰ ਤੇ ਉਸ ਦੀ ਬੇਗਮ ਦਾ ਡੋਲਾ ਸੀ। ਕੁਝ ਘੋੜੇ ਤੇ ਨੌਕਰ ਚਾਕਰ ਵੀ ਸਨ। ਅਮੀਰ ਨੇ ਤਾਂ ਸਾਈਂ ਜੀ ਦੀ ਇੱਕ ਨਾ ਮੰਨੀ, ਪਰ ਮਲਾਹ ਲੋਕੀ ਫਕੀਰਾਂ ਤੋਂ ਬਹੁਤ ਡਰਦੇ ਹਨ, ਕਿਉਂਕਿ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਫਕੀਰਾਂ ਦੀ ਬਦਦੁਆ ਨਾਲ ਬੇੜੇ ਡੁੱਬ ਜਾਂਦੇ ਹਨ। ਗੱਲ ਕਾਦੀ, ਮਲਾਹ ਦੇ ਕਹਿਣ ਪੁਰ ਵਿਚਾਰੇ ਨੂੰ ਥਾਂ ਮਿਲ ਗਈ। ਟੱਟੂ ਵੀ ਇੱਕ ਨੁਕਰੇ ਖੜਾ ਕਰ ਦਿੱਤਾ ਤੇ ਮਲਾਹ ਨੇ ਸਾਈਂ ਦਾ ਨਾਮ ਲੈ ਕੇ ਬੇੜਾ ਠੇਲ ਦਿੱਤਾ। ਇਸ ਵੇਲੇ ਆਕਾਸ਼ ਵਿੱਚ ਕਿਤੇ ਕਿਤੇ ਬੱਦਲ ਸਨ ਔਰ ਪੌਣ ਸਹਿਜੇ ਸਹਿਜੇ ਵਗ ਰਹੀ ਸੀ। ਫਕੀਰ ਹੋਰੀਂ ਮਸਤੀ ਵਿੱਚ ਆ ਕੇ ਲੱਗੇ ਕੁਰਾਨ ਸ਼ਰੀਫ ਦੀਆਂ ਆਇਤਾਂ ਗਾਉਣ। ਉਸ ਮਸਤੀ ਵਿੱਚ ਕਿਤੇ ਇਹ ਟੱਪਾ ਵੀ ਗਾਉਂ ਗਏ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਸੱਚਮੁੱਚ ਐਸ ਵੇਲੇ ਨਦੀ ਦਾ ਸਮਾਂ, ਬੱਦਲ ਦੀ ਮੌਜ, ਹਵਾ ਦੇ ਠੌਂਕੇ ਤੇ ਫਕੀਰ ਦੀ ਮਸਤ ਲੈ ਇੱਕ ਜਾਦੂ ਸੀ। ਸਾਰੇ ਜਣੇ ਮਸਤ ਹੋ ਗਏ ਔਰ ਫਕੀਰ ਉੱਤੇ ਡਾਢੇ ਪ੍ਰਸੰਨ ਹੋਏ। ਅਮੀਰ ਹੋਰੀਂ ਵੀ ਸਰੂਰ ਵਿੱਚ ਸਿਰ ਹਿਲਾਉਣ ਲੱਗ ਪਏ, ਪਰ ਬੇਗਮ ਨੂੰ ਖਬਰੇ ਕੀ ਵੈਰਾਗ ਆਇਆ ਕਿ ਅਜਿਹਾ ਡੂੰਘਾ ਔਰ ਦਰਦ ਭਰਿਆ ਹੋਇਆ ਠੰਡਾ ਸਾਹ ਲਿਆ ਕਿ ਸਾਈਂ ਹੋਰੀਂ ਮਸਤੀ ਭੁੱਲ ਕੇ ਤਰਬਕ ਉੱਠੇ ਔਰ ਲਾਹੌਲ ਵਲਾ ਕੁਵਤ ਪੁਕਾਰਨ ਲੱਗ ਪਏ। ਪਰ ਅਮੀਰ ਇਹ ਹਾਲ ਵੇਖ ਕੇ ਬੋਲਿਆ, ਸਾਈਂ ਜੀ ਖੈਰ ਮਿਹਰ ਹੈ, ਤੁਸੀਂ ਗਾਵੀਂ ਚੱਲੋ, ਛੇਕੜਲਾ ਟੱਪਾ ਜਰਾ ਫੇਰ ਲੈ ਨਾਲ। ਸਾਈਂ ਹੋਰਾਂ ਨੇ ਫਿਰ ਸੁਰ ਲਾਈ ਤੇ ਤੁਕ ਗਾਵੀਂ। ਫਿਰ ਬੇਗਮ ਸਾਹਿਬਾਂ ਨੇ ਹੌਂਕਾ ਭਰਿਆ ਔਰ ਨਾਲ ਹੀ ਇਹ ਗੱਲ ਮੂੰਹੋਂ ਨਿਕਲੀ, ਸ਼ੋਕ। ਹੁਣ ਫਕੀਰ ਹੋਰੀਂ ਸਭੇ ਰਾਗ ਛੱਡ ਕੇ ਅਮੀਰ ਨੂੰ ਆਖਣ ਲੱਗੇ, ਤੂੰ ਕਾਫਰ ਹੈਂ ਜੋ ਬੀਵੀ ਨੂੰ ਤੰਗ ਰੱਖਦਾ ਹੈ। ਖੁਦਾ ਪਾਕ ਦਾ ਹੁਕਮ ਆਪਣੀ ਔਰਤ ਉੱਤੇ ਸਖਤੀ ਕਰਨ ਦਾ ਨਹੀਂ। ਅਮੀਰ ਨੇ ਉਸ ਨੂੰ ਬਹੁਤ ਕੁਝ ਸਮਝਾਇਆ, ਪਰ ਸਾਈਂ ਹੋਰੀਂ ਬੇਤੁਕੀਆਂ ਲਾਈ ਗਏ। ਕੰਨ ਡੋਲੇ ਵੱਲ ਸਨ, ਮੂੰਹ ਅਮੀਰ ਵੱਲ ਸੀ। ਪਲ ਪਲ ਮਗਰੋਂ ਡੋਲੇ ਵਿੱਚੋਂ ਸੀ ਦੀ ਦਰਦ ਭਰੀ ਸੋ ਨਿਕਲੇ। ਕੁਝ ਚਿਰ ਮਗਰੋਂ ਫਕੀਰ ਹੋਰੀਂ ਅੱਖਾਂ ਮੀਟ ਗਏ। ਕਿੰਨਾ ਚਿਰ ਇਉਂ ਬੈਠੇ ਰਹੇ ਜਿਕਰ ਜੋਗੀ ਸਮਾਧੀ ਲਾਉਂਦਾ ਹੈ। ਫੇਰ ਅੱਖਾਂ ਖੋਲ੍ਹ ਕੇ ਬੋਲੇ, ਸਰਦਾਰ ਸਾਹਿਬ, ਇਸ ਡੋਲੇ ਵਿੱਚ ਆਪਦੀ ਤੀਵੀਂ ਨਹੀਂ, ਗੈਰ ਔਰਤ ਹੈ ਔਰ ਉਸ ਦੇ ਹੱਥ ਪੈਰ ਬੱਧੇ ਹੋਏ ਹਨ। ਇਹ ਅਸਾਂ ਗੈਬ ਦੇ ਇਲਮ ਨਾਲ ਡਿੱਠਾ ਹੈ। ਅਮੀਰ ਅਚੰਭਾ ਰਹਿ ਗਿਆ ਔਰ ਪੈਰੀਂ ਹੱਥ ਲਾ ਕੇ ਬੋਲਿਆ,
ਹੇ ਵਲੀ ਸਾਈਂ ਦੇ, ਤੂੰ ਤਾਂ ਗੁੱਜਾ ਲਾਲ ਨਿਕਲ ਆਇਓ। ਪਲ ਮੰਗਰੋਂ ਪੌਣ ਫਰਾਟੇ ਮਾਰਵੀਂ ਵਗਣ ਲੱਗੀ। ਲਹਿਰਾਂ ਨੇ ਜੋਸ਼ ਮਾਰਿਆ, ਬੇੜੀ ਹੇਠ ਉੱਤੇ ਹੋਣ ਲੱਗੀ। ਹੁਣ ਤਾਂ ਸਾਰੇ ਸਾਈਂ ਦੇ ਪੈਰੀਂ ਪੈ ਗਏ ਕਿ ਕੋਈ ਰੇਖ ਵਿੱਚ ਮੇਖ ਮਾਰੋ ਔਰ ਬੇੜੀ ਨੂੰ ਡੁੱਬਣੋਂ ਬਚਾਓ। ਸਾਈਂ ਜੀ ਬੋਲੇ, ਦੇਖੋ ਡੋਲੇ ਵਿੱਚ ਜੋ ਔਰਤ ਹੈ ਉਸ ਦੇ ਬੰਦ ਖੋਲ ਦਿਓ, ਡੋਲੀ ਵਿੱਚੋਂ ਉਸ ਨੂੰ ਕੱਢ ਲਓ ਤੇ ਡੋਲੀ ਨੂੰ ਨਦੀ ਵਿੱਚ ਸੁੱਟ ਦਿਓ। ਮੇਰਾ ਟੱਟੂ ਤੇ ਆਪਣਾ ਘੋੜਾ ਛੱਡ ਕੇ ਬਾਕੀ ਸਭ ਬੋਝ ਤੇ ਚੀਜ਼ਾਂ ਵੀ ਨਦੀ ਵਿੱਚ ਸੁੱਟ ਦਿਓ। ਜਾਨ ਵੱਡੀ ਪਿਆਰੀ ਚੀਜ਼ ਹੈ। ਇੱਕ ਪਲ ਵਿੱਚ ਹੁਕਮ ਦੀ ਤਾਮੀਲ ਹੋ ਗਈ। ਫਕੀਰ ਜੀ ਉਸ ਇਸਤਰੀ ਦੀ ਜੋ ਡੋਲੀਓਂ ਨਿਕਲੀ ਸੂਰਤ ਵੇਖ ਕੇ ਬੋਲੇ, ਅੱਲਾਹ, ਬੰਦ ਖੋਲੋ, ਇਹ ਤਾਂ ਬੰਦਗੀ ਵਾਲਾ ਚਿਹਰਾ ਹੈ, ਜਲਦੀ ਕਰੋ। ਹੁਣ ਹਵਾ ਵੀ ਕੁਝ ਘਟੀ ਤੇ ਭਾਰ ਵੀ ਹੌਲਾ ਹੋ ਗਿਆ। ਬੇੜੀ ਵੀ ਟਿਕ ਕੇ ਟੁਰ ਪਈ ਔਰ ਕੁਝ ਚਿਰ ਮਗਰੋਂ ਕੰਡੇ ਆ ਲੱਗੇ। ਕੰਡੇ ਤੇ ਪਹੁੰਚ ਕੇ ਇੱਕ ਖੁੱਲ੍ਹੀ ਜਗ੍ਹਾ ਉਤਾਰਾ ਕੀਤਾ। ਚਾਰੇ ਕਹਾਰ ਤੇ ਸਵਾਰ ਪਿੰਡ ਨੂੰ ਘੱਲੇ ਗਏ ਕਿ ਕੋਈ ਡੋਲਾ ਹੋਰ ਲਿਆਉਣ ਤੇ ਘੋੜਿਆਂ ਦਾ ਬੰਦੋਬਸਤ ਕਰਨ ਔਰ ਖਾਣ ਪੀਣ ਦਾ ਸਮਾਨ ਵੀ ਲਿਆਉਣ। ਆਪ ਅਮੀਰ ਸਾਹਿਬ ਜੀ ਦਰੀ ਪਰ ਇੱਕ ਪੇਚਵਾਨ ਰੱਖ ਕੇ ਤਕੀਏ ਦਾ ਢੋਅ ਲਾ ਕੇ ਬੈਠ ਗਏ। ਕਮਰ ਕੱਸਾ ਖੋਲ ਕੇ ਅੱਗੇ ਰੱਖ ਲਿਆ। ਤੀਵੀਂ ਸਾਹਮਣੇ ਬੈਠੀ ਸ਼ੋਕ ਸਮੁੰਦਰ ਵਿੱਚ ਡੁੱਬੀ ਹੋਈ ਸੀ ਔਰ ਇੱਕ ਪਾਸੇ ਸਾਈਂ ਜੀ ਬੈਠੇ ਫੇਰ ਗਾਉਣ ਲੱਗ ਪਏ। ਜਦ ਕੁਝ ਕੁ ਗਾਉਂ ਚੁੱਕੇ ਤਦ ਤੀਵੀਂ ਬੋਲੀ, ਸਾਈਂ ਜੀ, ਤੁਸੀਂ ਰੱਬ ਦੇ ਤਰਸ ਵਾਲੇ ਬੰਦੇ ਦਿਸਦੇ ਹੋ, ਸਾਡਾ ਨਿਆਂ ਕਰਨਾ। ਸਾਈਂ ਹੋਰੀਂ ਬੋਲੇ, ਵਾਹ ਵਾਹ, ਤੂੰ ਆਪਣਾ ਸਮਾਚਾਰ ਕਹਿ। ਤਦ ਉਸ ਇਸਤਰੀ ਨੇ ਸਾਰਾ ਹਾਲ ਸੁਣਾਇਆ ਕਿ ਇਹੋ ਅਮੀਰ ਇੱਕ ਬਨ ਵਿੱਚ ਘਾਇਲ ਪਿਆ ਸੀ। ਮੈਂ ਇਸ ਦੀ ਮਹੀਨਾ ਦਿਨ ਮਾਵਾਂ ਤੋਂ ਵੱਧ ਕੇ ਸੇਵਾ ਕੀਤੀ। ਹੁਣ ਇਹ ਮੈਨੂੰ ਕੈਦ ਕਰਕੇ ਲੈ ਚੱਲਿਆ ਹੈ। ਅਮੀਰ ਨੇ ਉੱਤਰ ਦਿੱਤਾ ਕਿ ਮੈਂ ਉਸ ਸੇਵਾ ਦਾ ਹੱਕ ਦੇਣ ਲੱਗਾ ਹਾਂ। ਇਸ ਨੂੰ ਆਪਣੇ ਮਾਲਕ ਦੀ ਬੇਗਮ ਬਣਾ ਕੇ ਏਡੇ ਵੱਡੇ ਮੁਰਾਤਬੇ ਚਾੜ੍ਹਨਾ ਚਾਹੁੰਦਾ ਹਾਂ। ਦੋਹਾਂ ਦੀ ਗੱਲ ਸੁਣ ਕੇ ਸਾਈਂ ਹੋਰੀਂ ਹੱਸ ਪਏ ਔਰ ਆਖਣ ਲੱਗੇ, ਹੇ ਬੀਬੀ, ਤੂੰ ਝੂਠੀ ਹੈ ਤੇ ਸਰਦਾਰ ਸੱਚਾ ਹੈ। ਜਾਂ ਇਹ ਗੱਲ ਤੀਵੀਂ ਨੇ ਸੁਣੀ ਤਾਂ ਅੱਖਾਂ ਵਿੱਚ ਲਹੂ ਭਰ ਆਇਆ। ਸਾਈਂ ਹੋਰੀਂ ਤਾਂ ਕਿਸੇ ਸੋਚ ਵਿੱਚ ਡੁੱਬ ਗਏ ਸਨ ਤੇ ਸਰਦਾਰ ਸਾਹਿਬ ਵੀ ਇੱਕ ਹੁਲਾਰਾ ਲੈ ਕੇ ਮਸਤ ਜਿਹੇ ਹੋ ਰਹੇ ਸਨ। ਉਸ ਸ਼ੇਰਨੀ ਨੇ ਉਸ ਕ੍ਰੋਧ ਦੀ ਅੱਗ ਵਿੱਚ ਭੜਕ ਕੇ ਡਾਢੀ ਫੁਰਤੀ ਨਾਲ ਉੱਠ ਕੇ ਸਰਦਾਰ ਦੇ ਕਮਰ ਕਸ ਦੀ ਤਲਵਾਰ ਜੋ ਅੱਗੇ ਪਈ ਸੀ ਮਿਆਨ ਵਿੱਚੋਂ ਖਿੱਚ ਲਈ ਔਰ ਸੂਤ ਕੇ ਇਉਂ ਖੜੋ ਗਈ ਮਾਨੋ ਦੁਰਗਾ ਦੈਂਤਾਂ ਦੇ ਸੰਘਾਰ ਨੂੰ ਆ ਖੜੋਤੀ ਹੈ। ਉਹ ਹੱਕਾ ਬੱਕਾ ਹੋ ਦੋਹਾਂ ਹੱਥਾਂ ਨੂੰ ਚਿਹਰੇ ਅੱਗੇ ਕਰਕੇ ਕੰਬਦਾ ਤੇ ਹੈਰਾਨੀ ਵਿੱਚ ਬਚਣ ਦਾ ਦਾਊ ਸੋਚਦਾ ਹੀ ਸੀ ਕਿ ਦੁਰਗਾ ਰੂਪੀ ਸੁੰਦਰੀ ਨੇ ਤੁਲਵੇਂ ਹੱਥਾਂ ਦਾ ਇੱਕ ਅਜਿਹਾ ਵਾਰ ਕੀਤਾ ਕਿ ਸਰਦਾਰ ਦੇ ਮੋਢੇ ਤੋਂ ਲੈ ਕੇ ਲੱਕ ਤੀਕ ਜਨੇਊ ਵਾਂਗ ਦੁਸਾਰ ਪਾਰ ਚੀਰ ਪੈ ਗਿਆ ਔਰ ਦੁਸ਼ਟ ਨਾਸ਼ੁਕਰੇ ਦੀ ਲੋਥ ਧਰਤੀ ਪਰ ਤੜਫਣ ਲੱਗੀ। ਸ਼ੇਰ ਦਿਲ ਇਸਤਰੀ ਨੇ ਤਲਵਾਰ ਸਿੱਟੀ ਔਰ ਸਰਦਾਰ ਦਾ ਘੋੜਾ ਬਿਰਛ ਨਾਲੋਂ ਖੋਲ ਪਲਾਕੀ ਮਾਰ ਨਦੀ ਦੇ ਉੱਪਰਲੇ ਪਾਸੇ ਨੂੰ ਵਾਂਗਾਂ ਮੋੜੀਆਂ। ਸਾਈਂ ਹੋਰੀਂ ਵੀ ਟੱਟੂ ਉੱਤੇ ਚੜ੍ਹ ਕੇ ਮੰਗਰੇ ਹੋਏ ਤੇ ਲੱਗੇ ਆਵਾਜ਼ਾਂ ਮਾਰਨ, ਹੇ ਸੁੰਦਰੀ, ਹੇ ਸੁੰਦਰੀ, ਠਹਿਰ ਜਾ, ਮੈਂ ਤੇਰੀ ਭਾਲ ਵਿੱਚ ਹੀ ਆਇਆ ਸਾਂ। ਪਰ ਦੁੱਧ ਦਾ ਸੜਿਆ ਲੱਸੀ ਨੂੰ ਫੂਕਦਾ ਹੈ। ਸੁੰਦਰੀ, ਬਹਾਦਰ ਸੁੰਦਰੀ, ਧਰਮੀ ਸੁੰਦਰੀ ਪਲੋ ਪਲੀ ਵਿੱਚ ਨਜ਼ਰੋਂ ਓਲੇ ਹੋ ਗਈ। ਸਾਈਂ ਹੋਰਾਂ ਵੀ ਥੋੜ੍ਹੀ ਦੂਰ ਜਾ ਕੇ ਤੰਬਾ ਲਾਇਆ ਤਾਂ ਕਛਹਿਰਾ ਨਿਕਲਿਆ, ਚੋਗਾ ਲਾਇਆ ਤਾਂ ਕੁੜਤਾ ਕਮਰ ਕਸਾ ਤੇ ਤਲਵਾਰ ਦਿਸੀ। ਗੁਥਲਾ ਖੋਲ ਦਸਤਾਰ ਸਜਾਈ ਤਦ ਕਾਇਆ ਹੀ ਪਲਟ ਗਈ। ਕਿੱਥੇ ਸਾਈਂ ਜੀ ਸਨ, ਕਿੱਥੇ ਬਿਜਲਾ ਸਿੰਘ ਜੀ ਬਣ ਗਏ। ਹੁਣ ਆਪ ਪੱਤਣ ਤੇ ਨਾਕੇ ਕੋਲ ਪਹੁੰਚੇ ਜਿੱਥੋਂ ਸਾਰਾ ਖਾਲਸਾ ਪਾਰ ਹੋ ਚੁੱਕਾ ਸੀ। ਬਲਵੰਤ ਸਿੰਘ ਅਰ ਸਾਰੇ ਸਿੱਖ ਜੋ ਸੁੰਦਰੀ ਦੀ ਭਾਲ 10-10 ਕੋਹ ਤੱਕ ਕੱਢ ਆਏ ਸਨ, ਨਿਰਾਸ਼ ਮੁੜ ਆਏ ਸਨ। ਬਿਜਲਾ ਸਿੰਘ ਨੇ ਸੁੰਦਰੀ ਦਾ ਸਾਰਾ ਹਾਲ ਦੱਸਿਆ। ਉਸ ਵੇਲੇ ਬਲਵੰਤ ਸਿੰਘ ਤੇ 10 ਕੁ ਹੋਰ ਸਿੰਘ ਭਾਲ ਕਰਨ ਉਸ ਰੁੱਖ ਨੂੰ ਗਏ ਜਿੱਧਰ ਬਿਜਲਾ ਸਿੰਘ ਨੇ ਪਤਾ ਦਿੱਤਾ ਸੀ ਕਿ ਸੁੰਦਰੀ ਗਈ ਹੈ ਤੇ ਬਾਕੀ ਫੌਜ ਨਦੀ ਦੀ ਉੱਤਰ ਪੱਛੋਂ ਦੇ ਰੁੱਖ ਨੂੰ ਤੁਰ ਪਈ।